कि बीजेपी के लीडर किसानी अंदोलन तो डरदियां पत्रकारां और लोगों के सामने नहीं आ रहे, जां पिछले 5 सालों के विच जो ठगियां कीतियां ने उस नूं लुकाउण दे लई लोकां तो दूरी बना रहे ने। सत श्री अकाल, वैबरो टीवी ते तुहाडा स्वागत है। मैं है एस मान। पूरे पंजाब की तर्ज ते बटाला दे विच हो रही ने कारपोरेशन चोणां। कारपोरेशन चोणां दे मद्देनजर बटाला दे वाइस प्रेसिडेंट हरिंदर कलसी ने अपने प्रधान नरेश महाजन जो कि बीजेपी वालों प्रेसिडेंट सीगे नगरपालिका बटाला दे, उहदे नाल कांग्रेसी MLA जिहड़े मौजूदा MLA ने साबका MLA ने अश्विनी सेखरी उत्ते दोष लगाए ने कि उन्होंने दोवां ने रल के जिहड़ी नगरपालिका है उसकी करोड़ों रुपए की ठगी मारी है। उसका जिहड़ा एक्सक्लूसिव इंटरव्यू सीगा साडे वैबरो न्यूज़ वालों चलाया गया, जिथे कलसी वालों दोवां दे दोष लगाए गए ने कि लखां करोड़ां दी किवें उन्होंने मिलकर ठगी मारी है। जब इस सारी घटना के बारे साडे पत्रकार सुखदेव सिंह ने जिहड़े प्रेसिडेंट ने नगरपालिका बटाला दे उन्हां तो जानकारी लई तां बीजेपी के जिहड़े प्रेसिडेंट ने उन्होंने अपना पल्ला झाड़दियां कहा कि इस सारी कार्रवाई के खिलाफ मेरे ऊपर FIR भी दर्ज है और हाईकोर्ट दे विच मानयोग हाईकोर्ट पंजाब एंड हरियाणा हाईकोर्ट दे विच सारा मामला चल रहा है। मैं इस दे बारे कोई स्पष्टीकरण नहीं देना चाहता। जो सानू हाईकोर्ट का फैसला आवेगा वो सानू मंजूर होवेगा। इह दस दईए कि बटाला दे विच 4 तो 450 करोड़ रुपए जिहड़े आने सीगे वो बटाले की डिवेलपमेंट होनी सी। वो पैसे के बारे हरिंदर सिंह कलसी ने सारी जानकारी दी कि किवें कांग्रेस के MLA और बीजेपी के जिहड़े प्रेसिडेंट ने नगरपालिका बटाला दे रल के किवें उन्होंने ठगी मारी है। सो इसकी जानकारी आओ सुनते हैं आपां साडे पत्रकार सुखदेव सिंह की जिहड़ी कॉल रिकॉर्ड सी टैलीफोनिक कॉल सीगा नरेश माई दे नाल, आओ तुहानूं भी सुणाउंदे हां। कोई नहीं अपनी कांग्रेस ने ढेर होना कांग्रेस ने आ किया मेरे नाल कांग्रेस ने वो किया ਉਹਦਾ जवाब मैं की दिया कांग्रेस ने। बिल्कुल ठीक है जी। और चाहे 60-40 की रेशो आई है ਤੁਹਾਡੇ ਨਾਂ ਵਿੱਚ ਹੈ ਕਿ ਕਮੇਟੀ ਦੇ ਪ੍ਰਧਾਨ ਸਨ ਅਸ਼ਵਨੀ ਸੇਖਰੀ ਨਾਲ ਕਮੇਟੀ ਬਣਾਈ ਨੇ 60-40 ਦੀ ਰੇਸ਼ੋ। ਇਹਨੂੰ ਇਹ ਵਾਈਸ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਜੀ, ਇਹ ਮੇਰੇ ਨਾਲ ਚੇਅਰ ਤੇ ਬੰਦਾ ਰਿਹਾ। ਇਹ ਕਿਹੜੀ ਰੇਸ਼ੋ ਦਾ ਰਿਹਾ ਇਹ ਦੱਸੇ। ਨਹੀਂ ਉਹਨੇ ਦੱਸਿਆ ਜੀ ਉਹਨਾਂ ਨੇ ਕਾਫੀ ਸਬੂਤ ਦਿੱਤੇ ਨੇ, ਪ੍ਰੂਫ ਦਿੱਤੇ ਨੇ। ਕੋਈ ਪ੍ਰੂਫ ਹੋਏਗਾ ਕੋਰਟ ਦੇ ਵਿੱਚ ਕੇਸ ਆ, ਕੋਰਟ ਆਪੇ ਫੈਸਲਾ ਕਰ ਲੇਗੀ ਕੀ ਸਬੂਤ ਆ ਕੀ ਸਬੂਤ ਨਹੀਂ ਗੇ। ਕੋਰਟ 'ਚ ਕੇਸ ਆ, ਕੋਰਟ 'ਚ ਮੈਟਰ ਆ। ਅੱਛਾ ਜੀ, ਕੋਰਟ 'ਚ ਮੈਟਰ ਆ, ਇਹਦੇ ਬਾਰੇ ਮੈਨੂੰ ਤਾਂ ਕੋਈ ਕਹਿਣ ਦੀ ਲੋੜ ਨਹੀਂ। ਕੋਰਟ 'ਚ ਮੈਟਰ ਆ, ਉਹ ਡਿਸਾਈਡ ਕਰੇਗੀ। ਇਹਨਾਂ ਨੇ ਟਾਇਲ ਫੈਕਟਰੀ ਇਹਨੇ ਲਾਈ ਸੀ। ਅੱਛਾ ਜੀ, ਇਹਦੀ ਟਾਇਲ ਨਹੀਂ ਲੱਗੀ ਫਿਰ ਰੋਲਾ ਕਰਦਾ। ਟਾਇਲ ICIC ਮਾਰਗਾ ਨਹੀਂ ਸੀ। ਇਹ ਕਹਿੰਦਾ ਸੀ ਵੀ ਮੈਂ ਉਹ ਧੱਕੇ ਨਾਲ ਟਾਇਲ ਲਵਾਂ ਤੇ ਉਹ ਬਰਦਾਸ਼ਤ ਨਹੀਂ ਕੀਤਾ ਤੇ ਨਾ ਸਾਨੂੰ ਕੋਈ ਇਹੋ ਜਿਹੀ ਤਾਂਘ ਹੈ ਤੇ ਨਾ ਸਾਨੂੰ ਕੋਈ ਲੋੜ ਆ, ਕਿਉਂਕਿ ਟਾਇਰ ਫੈਕਟਰੀ ਪਹਿਲਾਂ ਕਿਉਂ ਨਹੀਂ ਲਾ ਲਈ ਇਹਨੇ ਅੱਜ ਤੱਕ। ਫਿਰ ਬਾਅਦ ਜਦੋਂ ਟਾਇਲ ਕਮੇਟੀ ਘਰ ਨਹੀਂ ਲੱਗੀ ਤੇ ਫਿਰ ਬੰਦ ਕਿਉਂ ਹੋ ਗਈ। ਇਹ ਲੁੱਟਮਾਰ ਕਰਨ ਵਾਲੇ ਲੋਕ ਨੇ, ਇਹਨਾਂ ਦਾ ਕੀ ਲੈਣਾ ਦੇਣਾ। ਕਾਂਗਰਸ ਪਾਰਟੀ ਦੀ ਜਿਹਦੀ ਗੱਲ ਕਰਦਾ ਇਹ ਤੇ ਟਿਕਟ ਕਿਉਂ ਨਹੀਂ ਮਿਲੀ ਇਹਨੂੰ। ਅੱਛਾ ਜੀ, ਇਹਨੂੰ ਤਾਂ ਪਾਰਟੀ ਨੇ ਟਿਕਟ ਤੱਕ ਨਹੀਂ ਦਿੱਤੀ ਤੇ ਕਾਂਗਰਸ ਨੂੰ ਕੋਸਣ ਦਿਆ ਤੇ ਕਾਂਗਰਸ ਨੂੰ ਕੋਸੀ ਜਾਏ। ਸਾਡਾ ਕੀ ਲੈਣਾ ਦੇਣਾ ਕਾਂਗਰਸ ਨੂੰ ਕੋਟਣ ਦੇ ਬ੍ਰਦਰ, ਪਰ ਕੋਸਣ ਦੇ ਪਰ ਇਹਦੇ ਨਾਲ ਤੁਹਾਡਾ ਨਾਂ ਆਇਆ ਕਿ ਨਰੇਸ਼ ਮਹਾਜਨ ਨੇ ਅਸ਼ਵਨੀ ਸੇਖਰੀ ਨਾਲ ਕੋਠੀ ਬਣਾਈ, ਕਮੇਟੀ ਬਣਾਈ ਹੈ। ਨਰੇਸ਼ ਮਹਾਜਨ ਦੇ ਅਸ਼ਵਨੀ ਸੇਖਰੀ ਨਾਲ ਕੀ ਹੈ ਕੀ ਨਹੀਂ ਹੈ ਉਹਦੇ ਬਾਰੇ ਤੇ ਮੈਂ ਕੋਈ ਨਹੀਂ ਕਹਿ ਸਕਦਾ। ਉਹ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ। ਇਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕਿੱਦਾਂ ਬਣਿਆ ਮੈਂ ਸਹਿਮਤ ਹਾਂ ਜੀ। ਉਸ ਤੋਂ ਬਾਅਦ ਉਹਨੇ ਕੀ ਕਿਹਾ ਕਿ ਇਹਨਾਂ ਨੇ ਰਲ ਕੇ ਹੀ ਸਾਰੀ ਜਿੰਨੀ ਠੱਗੀ ਵਜੀ ਕਾਫੀ ਪ੍ਰੂਫ ਦੇ ਰਹੇ ਨੇ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ। ਇਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਰ ਮੁੱਦੇ ਤੇ ਸਾਈਨ ਅੱਖਾਂ ਮੀਟ ਕੇ ਕਰਦਾ ਰਿਹਾ। ਮੈਂ ਦੱਸਣ ਰਿਹਾ ਜੀ, ਉਹ ਕਹਿੰਦੇ ਨੇ ਜੋ ਪ੍ਰੂਫ ਦੇ ਰਹੇ ਟਰਾਲੀਆਂ ਇੰਨੇ ਦੇ ਵਿੱਚ ਹੀ ਆ, ਸਕ੍ਰੈਪ ਇੰਨੇ ਦੀ ਵਿੱਚ ਹੀ ਹੈ। ਮੈਂ ਕਿਹਾ ਪਤਾ ਨਹੀਂ ਭਾਜੀ ਕਿੰਨੇ ਦੀਆਂ ਵਿਕੀਆਂ, ਕੋਰਟ 'ਚ ਮੈਟਰ ਹੈ, ਮੈਂ ਤੁਹਾਨੂੰ ਦੱਸ ਚੁੱਕਾ। ਮੈਨੂੰ ਨਹੀਂ ਪਤਾ ਨਾ, ਮੈਂ ਕਿਹਾ ਜੋ ਮੇਰੇ ਕੋਲ ਨਹੀਂ ਪਤਾ ਮੈਂ ਦੱਸ ਚੁੱਕਾ, ਕੋਰਟ 'ਚ ਮੈਟਰ ਹੈ। ਅੱਛਾ ਜੀ, ਹਾਂ ਕੋਰਟ ਦੇ ਵਿੱਚ ਮੈਟਰ ਹੈ, ਕੋਰਟ 'ਚ ਕੇਸ ਹੋਇਆ ਦਾ, ਕੋਰਟ 'ਚ ਕੇਸ ਚੱਲ ਰਿਹਾ ਜੀ। ਇਸ ਕਰਕੇ ਇਹ ਕੋਰਟ ਮੈਟਰ ਹੈ। ਜਿਹੜੀ ਗੱਲ ਕੋਰਟ ਸਾਬਤ ਕਰ ਦੇ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਤੇ ਹੈਗਾ। ਉਹ ਦੱਸਣ ਦੇ ਜੋ ਪ੍ਰੂਫ ਦੇ ਰਹੇ ਨੇ ਕਾਗਜ਼ੀ ਡਾਕੂਮੈਂਟ ਲਈ ਤੁਹਾਡੇ ਕੋਲ ਹੋਣੇ ਪ੍ਰੂਫ। ਮੈਨੂੰ ਨਹੀਂ ਪਤਾ ਕਿਹੜੇ ਪ੍ਰੂਫ ਦੇ ਰਿਹਾ, ਤੁਹਾਨੂੰ ਪਤਾ ਹੋਏਗਾ ਕਿਹੜੇ ਪ੍ਰੂਫ ਨੇ। ਮੈਂ ਕਹਿ ਰਿਹਾ ਵੀ ਇਹ ਕੋਰਟ 'ਚ ਮੈਟਰ ਹੈ। ਪਹਿਲਾਂ ਵੀ ਇਹ ਪ੍ਰੂਫ ਵਿਜੀਲੈਂਸ ਨੂੰ ਜਾ ਚੁੱਕੇ ਨੇ ਪਰ ਇਹਦੇ ਬਾਰੇ ਮੈਨੂੰ ਕਹਿਣ ਦੀ ਗੱਲ ਨਹੀਂ, ਲੋੜ ਨਹੀਂ ਹੈਗੀ ਕੁਝ ਵੀ। ਵਿਜੀਲੈਂਸ ਨੂੰ ਇਹਨਾਂ ਨੇ ਸਰਕਾਰੀ ਧੱਕਾ ਕੀਤਾ ਮੇਰੇ ਨਾਲ। ਸਰਕਾਰ ਦਾ ਤੰਤਰ ਚੱਲਿਆ, ਉਹ
ਉਹਦਾ 2.5-3 ਸਾਲ ਪਹਿਲਾਂ ਕਿਉਂ ਨਹੀਂ ਐਪਲੀਕੇਸ਼ਨ ਦਾ ਕੋਈ ਫੈਸਲਾ ਆਇਆ? ਕਾਂਗਰਸ ਦਾ ਰਾਜ ਸੀ, ਹੁਣ ਹੀ ਕਿਉਂ ਹੋਇਆ ਇਲੈਕਸ਼ਨਾਂ ਦੇ ਆਪਣੇ ਜਦੋਂ ਆਪਣਾ ਟਨਿਓਰ ਤੇ ਆਣ ਕੇ? ਪਰ ਉਹ ਕਹਿ ਰਹੇ ਨੇ ਕਿ ਇਹਨਾਂ ਦਾ ਦੋਵਾਂ ਮਿਲੀ ਭੁਗਤ ਸੀ, ਅਸ਼ਵਨੀ ਸੇਖੀ ਨਰੇਸ਼ ਮਾਇਨ ਦੀ ਪਤਾ ਨਹੀਂ ਕਿਹਦੀ ਮਿਲੀ ਭੁਗਤ ਸੀ, ਇਹਦੀ ਮਿਲੀ ਭੁਗਤ ਸੀ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਿਆ ਹੋਵੇਗਾ। ਉਹ ਕਹਿੰਦੇ ਕੀ ਮਿਲੀ ਭੁਗਤ ਸੀ ਸੇਖੀ ਨਾਲ? ਕਹਿੰਦੇ 60-40 ਰੇਸ਼ੋ ਸੀ ਇਹਨਾਂ ਦੀ, ਜੋ ਕਹਿ ਰਹੇ ਪਤਾ ਨਹੀਂ ਤੁਹਾਨੂੰ ਇਹ। ਜਿਵੇਂ ਕਿ ਤੁਸੀਂ ਸੁਣ ਲਿਆ ਕਿ ਨੇਤਾ ਜੀ ਜਿਹੜੇ ਬੀਜੇਪੀ ਦੇ ਵੱਲੋਂ ਪ੍ਰੈਜ਼ੀਡੈਂਟ ਚੁਣੇ ਸੀ ਨਗਰਪਾਲਿਕਾ ਬਟਾਲਾ ਦੇ, ਉਹ ਕਹਿ ਰਹੇ ਨੇ ਕਿ ਇਹ ਮਾਮਲਾ ਬਹੁਤ ਪੁਰਾਣਾ ਹੈ, 2016-17 ਦਾ। ਸੋ ਇਸ ਦਾ ਜਿਹੜਾ ਹੁਣ ਖੁਲਾਸਾ ਕਰਨ ਦਾ ਮਤਲਬ ਨਹੀਂ ਬਣਦਾ। ਜਦੋਂ ਇਹ ਸਾਰੀ ਘਟਨਾ ਦੀ ਖੋਜ ਸਾਡੀ ਟੀਮ ਨੇ ਕੀਤੀ ਤਾਂ ਪਤਾ ਚੱਲਿਆ ਕਿ ਜਿਹੜੇ ਹਰਿੰਦਰ ਕਲਸੀ ਨੇ ਉਹਨਾਂ ਨੇ ਇਸ ਦਾ ਖੁਲਾਸਾ ਕੀਤਾ ਸੀਗਾ ਇੱਕ ਨਿੱਜੀ ਚੈਨਲ ਤੇ। ਪ੍ਰੇਮ ਜੁਮਨ ਜੋ ਸੀਨੀਅਰ ਰਿਪੋਰਟਰ ਨੇ, ਉਹਨਾਂ ਨਾਲ ਗੱਲਬਾਤ ਉਹਨਾਂ ਨੇ ਕੀਤੀ ਸੀ। ਉੱਥੇ ਵੀ ਉਹਨਾਂ ਨੇ ਦੱਸਿਆ ਸੀ ਕਿ ਕਿਵੇਂ ਕਾਂਗਰਸ ਔਰ ਬੀਜੇਪੀ ਰਲ ਕੇ ਠੱਗੀ ਮਾਰ ਰਹੀ ਹੈ ਔਰ ਕਾਂਗਰਸੀ ਐਮਐਲਏ ਅਸ਼ਵਨੀ ਸੇਖੜੀ ਨਰੇਸ਼ ਮਾਇਨ ਦੇ ਨਾਲ ਰਲ ਕੇ ਕਿਵੇਂ ਲੱਖਾਂ ਕਰੋੜਾਂ ਰੁਪਏ ਬਟਾਲੇ ਦੀ ਜੋ ਡਿਵੈਲਪਮੈਂਟ ਵਾਸਤੇ ਆਇਆ ਸੀਗਾ ਉਹਨੂੰ ਖਾ ਰਹੇ ਨੇ ਔਰ ਹੁਣ ਤੱਕ ਖਾ ਰਹੇ ਨੇ। ਸੋ ਇਸ ਸਾਰੀ ਘਟਨਾ ਦੀ ਜਾਣਕਾਰੀ ਸਾਡੇ ਪੱਤਰਕਾਰ ਸੁਖਦੇਵ ਸਿੰਘ ਨੇ ਦਿੱਤੀ। आओ 2017 ਦੇ ਵਿੱਚ ਜਿਹੜੀ ਹਰਿੰਦਰ ਕਲਸੀ ਨੇ इंटरव्यू ਦਿੱਤੀ ਸੀਗੀ ਉਸ ਦੇ ਉੱਤੇ नजर मारते हैं। इससे पहले आपने जो बयान दिया था कि बटाला में ये लूट हो रही है, जो पैसा बाहर से आता है उसको बांट लिया जाता है, वो पब्लिक तक नहीं पहुंचता, पब्लिक कामों में नहीं लगता, क्या ये सच है? नमस्कार जी, आई न्यूज़ चैनल का धन्यवाद करता हूँ। आप मेरे पास बटाला की स्थिति बारे पूछते हैं। मैं ऑलरेडी बटाला की स्थिति बारे बटाला के ही लोगों के लिए बात कर रहा हूँ। जो मेरी कंप्लेंट है, बटाला के लोगों का म्यूनिसिपल कमेटी के अंदर पैसा है, वो किसी एक पार्टी का पैसा नहीं है, उसमें कांग्रेसी, बीजेपी, अकाली दल, आम पार्टी सभी का है। बटाला वसनीक का पैसा है जो बटाला म्यूनिसिपल कमेटी टैक्सों के जरिए, नक्शों के जरिए, हर एक के जरिए वसूलती है। उसकी दुर्वरतों जबकि हमने कमेटी बनाई थी 2015 के अंदर। कलसी जी एक बात और, ये जो कूड़े के डंप हमारे दूसरे म्यूनिसिपैलिटी में जाके गिरने के लिए कर रहे थे, उसका खर्च क्या इसमें ऐड है कि अलग? नहीं जी, ਜਿਹੜਾ ਬਾਹਰ ਕੂੜਾ ਜਾਂਦਾ ਵਾ, ਜਿਹੜੀ ਅਸੀਂ ਜਗ੍ਹਾ ਲੈਨੇ ਆ, ਉਹਦਾ ਸੈਪਰੇਟ ਹੈ, ਉਹਦਾ ਸੈਪਰੇਟ ਖਰਚਾ ਪਿਆ ਵਾ। ਉਹਦੀਆਂ ਵੀ ਤਾਂ ਜਿਹੜੀਆਂ ਉੱਡੀਆਂ ਨੇ ਆਪੇ ਜਦੋਂ ਆ ਜਾਣਾ ਸਾਹਮਣੇ ਸਾਰਾ ਕੁਝ, ਜਦੋਂ ਚੈਕਿੰਗ ਚਾਲੂ ਹੋ ਗਈ ਹੈ ਨਾ, ਇਹ ਸਾਰਾ ਕੁਝ ਸਾਹਮਣੇ ਆਉਣਾ ਵਾ। ਇੱਥੇ ਇੱਕ JCB ਦਾ ਵੱਖਰਾ ਪੈਸੇ ਪੈ ਰਹੇ ਨੇ, ਟਿੱਪਰਾਂ ਦੇ ਵੱਖਰੇ ਪੈਸੇ ਪੈ ਰਹੇ ਨੇ। ਜਦੋਂ ਅਸੀਂ 35 ਲੱਖ ਰੁਪਈਆ ਦੇ ਰਹੇ ਹਾਂ ਲਿਫਟਿੰਗ ਐਂਡ ਸਵੀਪਿੰਗ ਦਾ, ਹੋਰ ਪੈਸੇ ਕਾਹਦੇ ਪਾਏ ਆ? ਇਸ ਮਸਲੇ ਚੋਂ ਕੋਈ नहीं ਜੇ ਬਚਣਾ, ਇਹਨੂੰ ਭਾਵੇਂ ਕੁਝ ਵੀ कर जी। कलसी जी एक बार कभी कभी म्यूनिसिपैलिटी में जाना हुआ करता था, जब गेट के अंदर जाते तो बिल्कुल सामने ट्रैक्टर और ट्राली खड़े होते थे। अब तो एक भी देखने को नहीं मिलता, कहाँ गए वो ट्रैक्टर वो ट्राली और क्या हुआ उनका? ਉਹਦੇ ਚ ਇਹ ਹੈ ਜੀ, ਇਹਨਾਂ ਨੇ ਇੱਕ ਛੋਟਾ ਜਿਹਾ ਟੈਂਡਰ ਪਾਇਆ ਸੀ ਵੀ ਆਪਾਂ ਸਕ੍ਰੈਪ ਵੇਚਣੀ, ਤੇ ਉਸ ਸਕ੍ਰੈਪ ਦੇ ਵਿੱਚ ਜਿਹੜੀ ਬਟਾਲਾ ਕਮੇਟੀ ਦੀ ਘਪਲੇਬਾਜ਼ੀ ਹੋਈ ਹੈ, ਉਹ ਹੁਣ ਤੱਥਾਂ ਦੇ ਨਾਲ ਸਾਰੀ ਇਨਕੁਆਇਰੀ ਵਿੱਚ ਸਾਹਮਣੇ ਆਉਣੀ ਹੈ, ਜਿਹਦੇ ਵਿੱਚ ਇਹਨਾਂ ਸਕ੍ਰੈਪ ਤੇ ਸਾਹਮਣੇ ਸ਼ੋਅ ਕਰਤੀ ਵੀ 27 ਰੁਪਏ ਕਿਲੋ ਵੇਚੀਏ ਲਿਮਟਿਡ ਜਿਹੀ। ਉਹਦੇ ਚ 2 ਸਾਡੇ ਮਿਊਨਿਸਪਲ ਕਮੇਟੀ ਦੇ ਟਰੈਕਟਰ ਸੀ, ਇਹਨਾਂ ਉਹ ਵੀ ਸੇਲ ਕਰਤੇ ਆ, ਜਿਹਦਾ ਸਕ੍ਰੈਪ ਚ, ਜਿਹਦਾ ਕਿਤੇ ਕੋਈ ਜਿਗਰ ਨਹੀਂ। ਸਾਡੀ ਤੁਸੀਂ ਕਮੇਟੀ ਦੀ ਗੱਲ ਕਰਦੇ ਹੋ, ਅੰਦਰ ਵੇਖਦੇ ਸੀ ਜਿਹੜਾ ਬਾਹਰ ਕੰਡਾ ਲੱਗਾ ਹੁੰਦਾ ਸੀ, ਇਹਨਾਂ ਉਹ ਵੀ ਤੋਲ ਕੇ ਵੇਚ ਛੜਿਆ, ਉਹ ਵੀ ਕਿਤੇ ਮੈਂਸ਼ਨ ਨਹੀਂ ਹੈਗਾ। ਇਹ ਇੰਨੀਆਂ ਕਿ ਧੰਦੜੀਆਂ ਡਾ ਚੁੱਕੇ ਨੇ, ਤੁਹਾਨੂੰ ਕੀ ਕਹੀਏ। ਸਾਨੂੰ ਸ਼ਰਮ ਆਉਂਦੀ ਏ ਕਮੇਟੀ ਦਾ ਵਾइस ਪ੍ਰੈਜ਼ੀਡੈਂਟ ਕਮਾਉਣ ਦੇ ਵਾਸਤੇ, मैं तो ये महसूस करता। एक न्यूज और हमारे पास आई है, नरेश महाजन जी ने एक न्यूज दी है, बयान दिया है कि म्यूनिसिपैलिटी एक्ट के मुताबिक वाइस प्रेसिडेंट की जो पोस्ट है 1 साल के लिए होती है, हर साल के बाद उसका इलेक्शन करवाया जाता है और आगे चलते हैं। क्या
उनके इस बयान के बाद आपने ये किया जो रिपोर्ट की है? ਜਿਹੜਾ ਨਰੇਸ਼ ਮਹਾਜਨ जी ने बयान दिता जी, कदों दिता जी, उसकी कोई डेट पता है? कुछ ही दिन हुए हैं आपके घर से, कुछ दिन पहले। मैं आपको बताऊं, कहना दसना चाहना जी, 2 साल ते करीब 9 महीने हो गए साडी कमेटी ਨੂੰ ਚੱਲਦਿਆਂ। ठीक है, ठीक है। 25 अक्तूबर 2017 ਨਿਊ ਮਿਊਨਿਸਪਲ ਕਮੇਟੀ ਦੀ ਮੀਟਿੰਗ ਹੋਈ ਹੈ ਜੀ। ਉਹਦੇ ਵਿੱਚ ਪ੍ਰੋਸੀਡਿੰਗ ਬੁੱਕ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਦੇ ਮੇਰੇ ਸਾਈਨ ਗਏ ਆ ਜੀ। ਉਸ ਤੋਂ ਪਹਿਲੀਆਂ ਜਿੰਨੀਆਂ ਵੀ ਕਮੇਟੀ ਮੀਟਿੰਗਾਂ ਹੋਈਆਂ ਨੇ ਅੱਜ ਤੱਕ ਮੇਰੇ ਸਾਈਨ ਵਾਈਸ ਪ੍ਰੈਜ਼ੀਡੈਂਟ ਦੇ ਨੇ। ਨੰਬਰ 2, ਜਿੰਨਾ ਚਿਰ ਕੋਈ ਵੀ ਇਲੈਕਸ਼ਨ ਅਗਲੀ ਨਹੀਂ ਹੁੰਦੀ ਤੇ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉਹਨਾਂ ਚਿਰ ਕਦੀ ਵੀ ਪੋਸਟਾਂ ਮੈਡੀਕਲ ਖਾਲੀ ਨਹੀਂ ਹੁੰਦੀਆਂ। ਇੱਥੇ ਬਟਾਲਾ ਕਮੇਟੀ ਦੇ ਅੰਦਰ ਇੱਕ ਵਾਰੀ ਦਾ ਪ੍ਰੈਜ਼ੀਡੈਂਟ ਬਣਿਆ, 4 ਸਾਲ ਕੰਟੀਨਿਊ ਚੱਲਿਆ ਵਾਈਸ ਪ੍ਰੈਜ਼ੀਡੈਂਟ, ਉਹ ਵੀ ਰਿਕਾਰਡ ਹੈ। ਮੈਂ ਇਸ ਚੀਜ਼ ਬਾਰੇ ਨੂੰ ਨਰੇਸ਼ ਮਹਾਜਨ ਨੂੰ ਪਤਾ ਹੀ ਨਹੀਂ ਵੀ ਉਹਨੂੰ ਵਾਈਸ ਪ੍ਰੈਜ਼ੀਡੈਂਟ ਨੂੰ ਦੀ ਇਲੈਕਸ਼ਨ ਕਰਾਉਣ ਵਾਸਤੇ ਪਹਿਲਾਂ ਤੇ ਹਾਊਸ 'ਚ ਮਤਾ ਪਵੇਗਾ, ਹਾਊਸ ਦੇ ਮਤੇ ਤੋਂ ਬਾਅਦ ਸਾਨੂੰ ਪ੍ਰਵਾਨਗੀ ਮਿਲੇਗੀ ਜੀ। ਪ੍ਰਵਾਨਗੀ ਤੋਂ ਬਾਅਦ ਜਿਹਨੂੰ ਵੀ ਵੋਟਾਂ ਪੈਣਗੀਆਂ ਉਹ ਪ੍ਰਧਾਨ ਬਣੇਗਾ ਤੇ ਮੈਂ ਆਟੋਮੈਟਿਕ ਖਤਮ ਹੋ ਜਾਏਗਾ। ਉਸ ਤੋਂ ਪਹਿਲਾਂ ਮੈਨੂੰ ਕੋਈ ਕਾਨੂੰਨ ਦੱਸ ਦਿਓ। ਤੁਹਾਡੀ ਪ੍ਰੈਸ ਦੀਆਂ ਵੀ ਯੂਨੀਅਨ ਬਣੀਆਂ ਨੇ, ਹਰ ਥਾਂ ਦੇ ਯੂਨੀਅਨ ਬਣੀਆਂ ਨੇ, ਹਰ ਥਾਂ ਦੀਆਂ ਪ੍ਰਧਾਨਗੀਆਂ ਬਣਦੀਆਂ ਆਈਆਂ ਨੇ, ਇਲੈਕਸ਼ਨਾਂ ਹੁੰਦੀਆਂ ਆਈਆਂ ਨੇ। ਇਲੈਕਸ਼ਨ ਤੋਂ ਪਹਿਲਾਂ ਅਗਰ ਕੋਈ ਵੀ ਨਰੇਸ਼ ਮਹਾਜਨ ਮੈਨੂੰ ਨਾ ਪ੍ਰਧਾਨ ਲਾਣੇ ਵਾਲੇ ਚੋਂ ਹੈਗਾ ਤੇ ਨਾ ਮੈਂ ਇਹਦੇ ਕਿਹਾ ਇੱਥਾਂ ਲੱਥਾਂ ਵਾਂ। ਮੇਰਾ ਅੱਜ ਦੇ ਡੇਟ 'ਚ ਵੀ ਵਾਈਸ ਪ੍ਰੈਜ਼ੀਡੈਂਟ ਮਿਊਨਿਸਪਲ ਕਮੇਟੀ ਮੈਂ ਹੈਗਾ ਵਾਂ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦਾ। ਅੱਜ ਇਲੈਕਸ਼ਨ ਹੋ ਜੇ, ਮੈਂ ਲੜਨਾ ਨਹੀਂ ਲੜਨਾ, ਪਾਰਟੀ ਨੇ ਕਿਹਨੂੰ ਖੜਾ ਕਰਨਾ ਹੈ, ਇਹ ਉਸ ਵਜੇ ਸਮੇਂ ਦੇ ਨਾਲ ਹੀ ਵੇਖਿਆ ਜਾਏਗਾ। ਨਰੇਸ਼ ਮਹਾਜਨ ਨੂੰ ਸਿਰਫ ਕਮੇਟੀ ਦੀ ਜਿਹੜੀ ਕਰਪਸ਼ਨ ਕੀਤੀ ਹੋਈ ਹੈ ਨਾ, ਉਹਦੇ ਨਾਲ ਹੀ ਉਹਦੀ ਮੱਤ ਮਰ ਗਈ ਹੈ। ਉਹਦੇ ਨਾਲ ਬੇਤੁਕੀਆਂ ਗੱਲਾਂ ਕਰਦਾ, ਹੋਰ ਇਹਦੇ ਕੋਲ ਕੁਛ ਨਹੀਂ। ਇਹਨੇ ਕੋਈ ਮਿਊਨਿਸਪਲ ਕਮੇਟੀ ਦਾ ਲਾ ਨਹੀਂ ਪੜ੍ਹਿਆ। ਇਹਨੇ ਅਗਰ ਲਾ ਪੜ੍ਹਿਆ ਤੇ ਆ ਜੇ। ਇਹਨੂੰ ਇਹ ਨਹੀਂ ਪਤਾ ਲੱਗਾ ਮੈਂ 35 ਲਾਈ ਹੈ ਤੇ 2 ਕਰੋੜ ਤੇ 80 ਲੱਖ ਦਾ ਕੰਮ ਕੀਤਾ, 2% ਅਸੀਂ ਬਜਟ ਦੇ ਉੱਤੋਂ ਕਰ ਸਕਦੇ ਹਾਂ। ਇਹਦੇ ਕੋਲ ਕੀ ਹੈਗਾ? ਇਹਨੂੰ ਕੁਛ ਨਹੀਂ ਪਤਾ। ਇਹ ਕਿਸੇ ਸਟੈਨੋ ਨੂੰ ਪੁੱਛੇ, ਇਹ ਕਿਸੇ ਹੋਰ ਅਫਸਰ ਨੂੰ ਪੁੱਛੇ, ਉਹ ਵੀ ਪੈਸੇ ਖਾ ਖਾ ਕੇ ਉਹਨਾਂ ਦੀ ਮਾਤੀ ਮਰ ਗਈ। ਇਹਨਾਂ ਦਾ ਬੇੜਾ ਗਰਕ ਹੋ ਚੁੱਕਾ ਜੀ। ਇਹਨਾਂ ਨੂੰ ਐਜ਼ ਪਰ ਲਾ ਕੱਖ ਨਹੀਂ ਪਤਾ। ਲਾ ਤੁਹਾਡੇ ਸਾਹਮਣੇ ਆ ਜਾਣਾ ਵਾ, ਕੋਈ ਇਹੋ ਜਿਹੀ ਗੱਲ ਨਹੀਂ। ਅਗਰ ਮੈਨੂੰ ਉਸ ਤੋਂ ਪਹਿਲਾਂ ਵਾਈਸ ਪ੍ਰਧਾਨ ਦੀ ਕੁਰਸੀ ਤੇ ਕਿਵੇਂ ਭਾਲਦੇ ਆਏ ਨੇ ਜੀ 25 ਤਰੀਕ ਤੱਕ, ਮੈਂ ਖੁਦ ਨਹੀਂ ਬੈਠਾ। ਨੰਬਰ 2, 2017 ਅਪ੍ਰੈਲ 'ਚ ਜਿਹੜਾ ਇਹਨਾਂ ਨੇ ਮੈਨੂੰ ਵਾਈਸ ਪ੍ਰੈਜ਼ੀਡੈਂਟ ਦਾ ਕਮਰਾ ਦਿੱਤਾ, ਉਹ ਕਿਸ ਅਥਾਰਟੀ ਨਾਲ ਦਿੱਤਾ? ਤੇ 2017 ਦੇ ਵਿੱਚ ਕਮਰਾ ਜਦ ਆਪਕੋ ਦਿਆ ਤਬ ਆਪਕਾ 1 ਸਾਲ ਹੋ ਚੁੱਕਾ था कि नहीं? ਮੈਂ ਕਿਹਾ ਜੀ 2 ਸਾਲ ਦੇ ਬਾਅਦ ਮੈਨੂੰ ਮੇਰੀ ਸਰਕਾਰ ਆਉਣ ਤੋਂ ਬਾਅਦ ਦਿੱਤਾ ਜੀ। ਸਾਥ ਵਾਲਾ ਕਮਰਾ ਜਿਹੜਾ ਮੇਰੇ ਵਾਲਾ ਕਮਰਾ ਮੈਨੂੰ ਵਾਈਸ ਪ੍ਰੈਜ਼ੀਡੈਂਟ ਦਾ ਕਮਰਾ ਮਿਲਿਆ ਉਹ 2 ਸਾਲ ਤੇ 1 ਮਹੀਨੇ ਤੋਂ ਬਾਅਦ ਮਿਲਿਆ ਜੀ ਜੁਮਨ ਸਾਹਿਬ। ਉਹਦੇ 'ਚ ਮੈਨੂੰ ਅਫਸੋਸ ਨਾਲ ਕਹਿਣਾ ਪਏਗਾ, ਉਦੋਂ ਕਿਹੜੀ ਫਾਲਟੀ ਸੀ। ਮੈਨੂੰ ਦਫ਼ਤਰ 'ਚ ਬਹਾਉਣ ਵੀ ਗਿਆ, ਅਸ਼ਵਨੀ ਸੇਖੜੀ ਵੀ ਨਾਲ ਮੈਨੂੰ ਦਫ਼ਤਰ 'ਚ ਗਿਆ। ਉਦੋਂ ਤੁਹਾਡੇ ਨਿਊਜ਼ 'ਚ ਆਇਆ, ਉਹ 2 ਸਾਲ ਤੇ 1 ਮਹੀਨੇ ਤੋਂ ਬਾਅਦ ਆਇਆ। ਤੇ ਜਦੋਂ ਇਹਨੇ 27 ਅਕਤੂਬਰ 2017 ਨੂੰ ਉਹਨੇ ਤਾਲਾ ਮੇਰੇ ਦਫ਼ਤਰ ਨੂੰ ਮਾਰਿਆ, ਉਹ ਦੱਸੇ ਮੈਨੂੰ ਇਹ ਕਿਹੜੇ ਕਾਨੂੰਨ ਨਾਲ ਮਾਰਿਆ। ਇਹ ਮਿਸ ਤਾਕਤ ਨੂੰ ਯੂਜ਼ ਕਰਨ ਦੇ ਵਿੱਚ ਆਦੀ ਹੋ ਚੁੱਕਾ ਸੀ, ਕਿਉਂਕਿ ਹੈਬਿਟ ਜਿਹੜੀ ਸੀ ਬੰਦੇ ਦੀ ਚੰਗੀ ਨਹੀਂ ਸੀ। ਸਾਨੂੰ ਪਤਾ ਨਹੀਂ ਸੀ ਵੀ ਅਸੀਂ ਇਹਨੂੰ ਪ੍ਰਧਾਨ ਬਣਾਉਣਾ। ਉਹ ਸਾਡੇ ਕੋਲ ਪਾਰਟੀ ਵੱਲੋਂ, ਸਾਡੇ ਵੱਲੋਂ ਕੋਈ ਗਲਤੀ ਹੋ ਗਈ ਹੈ ਜਿਹਦੇ 'ਚ ਸ਼ਹਿਰ ਦਾ ਭਵਿੱਖ ਬੜਾ ਖਰਾਬ ਹੋਇਆ। ਫਾਈਨਾਂਸ਼ਲੀ ਸ਼ਹਿਰ ਦਾ ਬੇੜਾ ਗਰਕ ਹੋਇਆ। ਜਿੰਨੇ ਕਰੋੜ ਦੇ ਹੀ ਕੰਮ ਨੇ ਸ਼ੋ ਕਰਦੇ ਨੇ, ਜੋ ਇਹਨਾਂ ਨੇ ਖਰਚਣ ਦੀ ਬਜਾਏ, ਲਾਉਣ ਦੀ ਬਜਾਏ ਆਪ ਹੀ 2-4 ਜਣੇ ਰਲ ਕੇ ਖਾ ਗਏ ਆ। ਵੈਰੀ ਸੈਡ। ਇਹ ਆਪਣੇ ਮਨ ਇਹਦੇ ਬਾਰੇ ਕੁਝ नहीं कर सकते। कसी जी, ये जो प्रोग्राम आपका बना, बीजेपी और कांग्रेस का साथ हुआ म्यूनिसिपैलिटी में साथ मिलकर काम करने का, इसके लिए क्या आपका कांग्रेस हाईकमान से कोई आया आदेश कि या अपनी मर्जी से ये सारा काम कर दिया गया? बिल्कुल नहीं जी। अश्वनी सेठी साडा उदों MLA सी, इस कमेटी का मैंबर सी, उन्हां दी वोट सी, उन्हां दी वोट दा उन्हां दी मर्जी नाल जिथे साडा लीडर कहंदा सी
ਅਸੀਂ ਉੱਥੇ ਵੋਟਾਂ ਪਾਈਆਂ ਸੀ, ਟਿਕਾ ਕੇ ਪਾਈਆਂ। ਅਸ਼ਵਨੀ ਸੇਖੜੀ ਦੇ ਰਹਿਮਰਾਈ ਥੱਲੇ ਕਮੇਟੀ ਕਾਂਗਰਸ ਨੇ ਪੂਰੀ ਮਦਦ ਕਰਕੇ ਬੀਜੇਪੀ ਨਾਲ ਰਲ ਕੇ ਬਣਾਈ ਸੀ। मकसद क्या था आपका? ਮਕਸਦ ਲੀਡਰ ਹੁੰਦਾ, ਲੀਡਰ ਦੇ ਡਿਸੀਜਨ ਨੇ। ਅਸੀਂ ਇਹ ਕਹਾਂਗੇ ਉਸ ਵੇਲੇ ਮਕਸਦ ਜੋ ਵੀ ਹੈਗਾ ਸੀ ਸ਼ਹਿਰ ਦੇ ਹਿੱਤ ਲਈ, ਚੰਗੇ ਕੰਮ ਲਈ ਸੀ। ਪਰ ਇਹ ਨਹੀਂ ਸੀ ਪਤਾ ਵੀ ਕੁਝ ਮਹੀਨਿਆਂ ਤੋਂ ਬਾਅਦ ਹੀ ਜਦੋਂ ਮੈਨੂੰ ਪਤਾ ਲੱਗਾ ਵੀ ਇਹ ਕਰਪਸ਼ਨ ਹੀ ਕਰੀ ਜਾਂਦੇ ਆ, ਮੈਂ ਆਪਣੇ ਲੀਡਰ ਨੂੰ ਵੀ ਦੱਸਦਾ ਰਿਹਾ, ਪਲੱਸ ਮੇਰੀਆਂ ਉਸ ਵੇਲੇ ਦੀ ਸਰਕਾਰ ਦੇ ਟਾਈਮ 'ਚ ਅਖਬਾਰਾਂ 'ਚ ਵੀ ਦਿੰਦਾ ਰਿਹਾ ਕਿ ਕਮੇਟੀ ਦੀ ਕਰਪਸ਼ਨ ਦੀ ਤੋਬਾ ਵਾ। ਮੈਂ ਸਮੇਂ ਨਾਲ ਆਪਣੇ ਲੀਡਰ ਨੂੰ ਵੀ ਸੁਚੇਤ ਕੀਤਾ ਤੇ ਨਿਊਜ਼ ਨੂੰ ਵੀ ਸੁਚੇਤ ਕੀਤਾ ਜੀ। ये जितने बयान आपने दिए हैं, आपके ऊपर कोई दबाव या किसी के कहने पे या किसी के दबाव में आकर या किसी परेशानी में आकर तो नहीं की? ਗੱਲ ਇਹ ਸੀ ਕਰਪਸ਼ਨ ਨੂੰ ਜਦੋਂ ਅੱਜ ਤੋਂ 2 ਸਾਲ ਪਹਿਲਾਂ ਮੈਂ ਬਿਆਨ ਦੇ ਰਿਹਾ, ਉਦੋਂ ਅਕਾਲੀ ਦਲ ਦੀ ਸਰਕਾਰ ਸੀ, ਮੇਰੇ ਤੇ ਤਾਂ ਕੋਈ ਦਬਾਅ ਨਹੀਂ ਸੀ। ਅੱਜ ਸਾਡੀ ਕਾਂਗਰਸ ਦੀ ਸਰਕਾਰ ਹੈ, ਮੇਰੇ ਤੇ ਤਾਂ ਕੋਈ ਦਬਾਅ ਨਹੀਂ। ਬਿਲਕੁਲ ਮੈਂ ਦਬਾਅ ਨਹੀਂ। ਅਗਰ ਮੈਂ ਦਬਾਅ ਥੱਲੇ ਦੇਣਾ ਹੁੰਦਾ ਤੇ ਜੇ ਸ਼ਾਇਦ ਸ਼ਿਕਾਇਤ ਹੀ ਨਾ ਹੁੰਦੀ। ਦਬਾਅ ਕਿਹਦਾ ਲੈਣਾ ਸੀ? ਅਸ਼ਵਨੀ ਸੇਖੜੀ ਜੀ, ਜਿਨ੍ਹਾਂ ਨੇ ਅੱਜ ਮੈਨੂੰ ਕਹਿੰਦੇ ਵੀ ਦੱਸੋ ਕੀ ਹੈਗਾ, ਕਰਨ ਦੀ ਬਜਾਏ ਉਸ ਜਿਹੜਾ ਗਲਤ ਅਨਸਰ ਹੈਗਾ ਉਹਦੇ ਨਾਲ ਉਹਦੀ ਸਪੋਰਟ ਕਰ ਰਹੇ ਨੇ। ਮੇਰੇ ਤੇ ਕੋਈ ਦਬਾਅ ਨਹੀਂ। ਮੈਂ ਆਪਣੀ ਮਰਜ਼ੀ ਨਾਲ, ਮੈਨੂੰ ਜੋ ਸਾਹਮਣੇ ਨਜ਼ਰ ਆ ਰਿਹਾ, ਜੋ ਮੈਂ ਵੇਖ ਰਿਹਾ, ਬਟਾਲਾ ਹੀ ਵੇਖ ਰਿਹਾ, ਮੈਂ ਇਕੱਲਾ ਤੇ ਵੇਖ ਨਹੀਂ ਰਿਹਾ। ਪਰ ਬਟਾਲੇ 'ਚ ਡਰ ਲੱਗਦਾ ਹੋਏਗਾ ਕਿ ਸ਼ਾਇਦ ਨਰੇਸ਼ ਮਹਾਜਨ ਜੀ ਬੜੇ ਉੱਚ ਅਹੁਦੇ ਤੇ ਨੇ ਜਾਂ ਬਹੁਤ ਸ਼ਖਸੀਅਤ ਬਲ ਵਾਲੀ ਹੋਏਗੀ ਕਿ ਸ਼ਾਇਦ ਉਹਨਾਂ ਨੂੰ ਡਰਾਉਂਦੇ ਵੀ ਹੋਣਗੇ ਲੋਕਾਂ ਨੂੰ। ਉਹਨਾਂ ਨੂੰ ਆਦਤ ਵੀ ਹੈ ਡਰਾਉਣ ਦੀ। ਮੈਨੂੰ ਕਿਸੇ ਨੂੰ ਨਾ ਡਰਾਉਣ ਦੀ ਆਦਤ ਆ ਤੇ ਨਾ ਮੈਨੂੰ ਡਰਨ ਦੀ ਆਦਤ ਆ। ਮੈਂ ਡਰਦਾ ਆਪਣੇ ਗੁਰੂ ਮਹਾਰਾਜ ਤੋਂ। ਜੇ ਵੀ ਮੈਂ ਕੋਈ ਗਲਤ ਕੰਮ ਮੈਂ ਨਹੀਂ ਕਰਨਾ, ਮੈਨੂੰ ਡਰ ਸਿਰਫ ਇਹੋ ਕਿ ਮੇਰੇ ਕੋਲ ਕੋਈ ਵੀ ਜ਼ਿੰਦਗੀ 'ਚ ਕੋਈ ਗਲਤ ਕੰਮ ਨਾ ਹੋਵੇ। ਬਾਕੀ ਮੈਨੂੰ ਬੰਦਿਆਂ ਦਾ, ਲੀਡਰਸ਼ਿਪ ਦਾ ਕੋਈ ਡਰ ਨਹੀਂ। ਮੈਂ ਨਿਡਰ ਹੋ ਕੇ ਇਸ ਕਰਪਸ਼ਨ ਦੇ ਖਿਲਾਫ ਮੁੱਦਾ ਚੁੱਕਿਆ। ਇਹ ਜਿੰਨਾ ਚਿਰ ਸਾਹਮਣੇ ਜਗ ਜ਼ਾਹਰ ਨਹੀਂ ਹੋਏਗਾ, ਮੇਰੀ ਬਿਲਕੁਲ ਖਲੜੀ 'ਚ 1% ਡਰ ਨਹੀਂ ਜਾਏਗਾ। ਨਾ ਮੇਰੇ ਤੇ ਦਬਾਅ ਜੇ, ਨਾ ਮੇਰੇ ਤੇ ਦਬਾਅ ਚੱਲਣਾ ਜੇ। ਫੈਸਲਾ ਆਏਗਾ ਕਰਦੀ ਵਿਜੀਲੈਂਸ ਕਰਨ ਲਈ ਹੈ, ਉਹਨਾਂ ਦਾ ਆ ਜੇ, ਕਮੇਟੀ ਕਰੇ, अफसर लगे थे। मतलब है कि आपके ऊपर कोई दबाव नहीं है? बिल्कुल निडर होके जी। और आप में कोई डर भी नहीं? ना मैनू डर है ना मैं डरना। मैनू डराउन दी भी आदत नहीं ते डरन दी भी है नहीं। परमेश्वर तो डर। धन्यवाद जी, आपका बहुत बहुत धन्यवाद। आप हमारे चैनल में आए, हम आपका धन्यवाद करते हैं, स्वागत करते हैं आने पर। मेहरबानी जी। एक आशा रखेंगे कि बटाला शहर के लिए, इसकी आवाम के लिए, इनके लोगों के लिए आपके मन में जो प्यार है, जो ये दबाव जो बात कर रहे हैं, दबाव तो है नहीं। लोगों के सत्कार के लिए, उनके ऊपर कोई खर्च ना पड़े, उनके ऊपर कोई ऐसा जो करप्शन है वो रोकने के लिए आपने किया, उसके लिए आपका बहुत बहुत आभारी है। धन्यवाद है। चैनल आर के साथ है। धन्यवाद। धन्यवाद।